हेलो गाइस, बैक टू न्यू वीडियो। तो गाइस मैं आज आपको शरानी वाले पार्ट बारे जानकारी दूंगी। और सारे बच्चे सो गए सन तो अजी एक छोटा बच्चा जाग रहा सी। तो गाइस इस पार्ट बारे में आपको अब जानकारी देना चाहूँ। और बच्चे तो सो गए सन पर छोटा जा अजी जागदा सी। दिन चोखा सिर सुता होने करके मेरी पत्नी ਉਹਨਾਂ ਦੇ ਨਾਲ ਲੰਮੇ ਪੈ ਕੇ ਉਸ ਨੂੰ ਸੁਣਾਉਂਦੀ ਕਿ ਚਾਰ ਕਰ ਰਹੀ ਸੀ। ਮੇਰੀ ਪਤਨੀ ਦੀ ਸਲਾਹ ਕਿ ਸੌਣ ਤੇ ਪਹਿਲਾਂ ਕੁਝ ਚਿਰ ਸੈਰ ਕਰਨ ਲਈ ਆਏ, ਪਰ ਕਾਕਾ ਜੀ ਤੋਂ ਸੌਣ ਤੀਕ ਕਿਸ ਤਰ੍ਹਾਂ ਜਾ ਸਕਦੇ ਸਾਂ। ਉਸ ਨੂੰ ਚੁੱਕਣ ਲਈ ਵੀ ਔਖਾ ਹੁੰਦਾ ਸੀ। ਇਸ ਲਈ ਮੈਂ ਪਹਿਲਾਂ ਹੀ ਇਕੱਲੇ ਹੀ ਜਾਣ ਦਾ ਫੈਸਲਾ ਕੀਤਾ, ਪਰ ਮੇਰੀ ਪਤਨੀ ਮਗਰੋਂ ਆ ਕੇ ਰਲ ਨਾਲ ਸਕਦੀ ਸੀ। ਚੰਗਾ ਮੈਂ ਵੀ ਚੱਲ ਆਵਾਂ, ਮੈਂ ਮੰਜੀ ਤੋਂ ਉੱਠਦਾ ਹੋਇਆ ਕਿਹਾ। ਜਦੋਂ ਸੌ ਗਿਆ ਤੂੰ ਵੱਡਾ ਪਾਰਕ ਵਿੱਚ ਆ ਜਾਂਦੀ, ਉੱਥੇ ਹੀ ਜਮ੍ਹਾਂ ਹੋਵਾਂਗੇ। ਬਸ ਮੈਂ ਹੁਣੀ ਨੂੰ ਸੁਆ ਕੇ ਆ ਜਾਂਦੀ ਆਂ। ਗੱਲ ਕਰਦਿਆਂ ਕੋਲ ਹੀ ਸੌ ਜਾਂਦਾ। ਜ਼ਾਰੂ ਕੁ ਆਪ ਝੂਠੀ-ਮੂਠੀ ਦੀਆਂ ਅੱਖਾਂ ਮੀਟੇ ਤੇ ਝੱਟ-ਮੁੱਟ ਸੌ ਜਾਂਦਾ। ਇਹ ਮੇਰੀ ਪਤਨੀ ਨੂੰ ਮੈਨੂੰ ਤੇ ਆਪਣੇ ਆਪ ਨੂੰ ਤਸੱਲੀ ਦਿੱਤੀ ਸੀ। ਮੈਂ ਇਕੱਲਾ ਬਾਹਰ ਤੁਰ ਪਿਆ। ਮਾਡਲ ਟਾਊਨ ਦੀ ਇੱਕ ਸੜਕ, ਦੋਹੇਂ ਪਾਸੋਂ ਮਕਾਨਾਂ ਵਿੱਚ ਬੱਤੀਆਂ ਅਤੇ ਜਗ ਰਹੀਆਂ ਸਨ। ਲੋਕੀ ਸੁੱਤੇ ਤੇ ਨਹੀਂ ਸਨ, ਪਰ ਸੌਣ ਵਾਲੇ ਜਾਪਦੇ ਸਨ। ਪਾਰਕ ਬਹੁਤ ਹੀ ਵੱਡੀ। ਹੇਠਾਂ ਸਾਫ਼-ਸੁਥਰੀ ਜ਼ਮੀਨ ਤੇ ਘਾਹ ਉਗਾਇਆ ਹੋਇਆ ਸੀ ਅਤੇ ਆਲੇ-ਦੁਆਲੇ ਭਾਰ ਲਗਦੀ ਵਿੱਚ ਲੰਘਣ ਲਈ ਕਿਤੇ-ਕਿਤੇ ਕੱਫੇ ਛੱਡੇ ਹੋਏ ਸਨ। ਇੱਕ ਸੜਕ ਪਾਸੇ ਲੰਘਦੀ ਸੀ, ਜਿਸ ਤੇ ਜਗ੍ਹਾ ਤੇ ਬੱਤੀਆਂ ਪਾਰਕ ਵਿੱਚ ਚਾਨਣ ਸੁੱਟਦਾ ਹੁੰਦਾ ਸਨ। ਇਸ ਲਈ ਪਾਰਕ ਵਿੱਚ ਇੰਨਾ ਕੁਝ ਚਾਨਣ ਸੀ, ਜਿੰਨਾ 8 ਕੁ ਦਿਨਾਂ ਦਾ ਇਹ ਸੜਕ ਕੰਢੇ ਉੱਤੇ ਦਰੱਖਤਾਂ ਉੱਤੇ ਲੰਮੇ-ਲੰਮੇ ਪਰਛਾਵੇਂ ਪਾਰਕ ਵਿੱਚ ਡਿੱਗਦੇ ਹਨ ਤੇ ਕਈ ਥਾਵਾਂ ਤੇ ਹਨੇਰੀ ਕਰਕੇ ਰਹੇ ਸਨ। ਪਾਰਕ ਦੇ ਦੁਆਲੇ ਦੀ ਧਾਰ ਵਿਚਾਲੇ ਰਾਹ ਤੇ ਮੈਨੂੰ ਪਤਾ ਸੀ ਪਰ ਇਸ ਵੇਲੇ ਲੋਕ ਲੰਘਣੀ ਤੇ ਮੇਰੇ ਭਾਰ ਟੱਪ ਕੇ ਨਹੀਂ ਜਾਣਾ ਕਿਤੇ। ਧਾਰ ਲੰਘ ਕੇ ਇੱਕ ਸ਼ਰਮਿਓਂ ਮੈਂ ਦੂਜੇ ਸਿਰ ਨੂੰ ਤੁਰ ਪਿਆ। ਪਾਰਕ ਵਿੱਚ ਇਸ ਵੇਲੇ ਮੇਰੇ ਹੀ ਹੱਥ 'ਚ ਕੋਈ ਨਹੀਂ ਸੀ। ਦੂਜੇ ਸਿਰ ਅੱਪੜ ਕੇ ਸੱਦ ਕੇ ਪਿਛਾਂਹ ਨੂੰ ਮੁੜਿਆ ਤਾਂ ਅਗਲੇ ਸਿਰੇ ਕੋਲ ਦਰੱਖਤ ਦੇ ਪਰਛਾਵੇਂ ਹੇਠਾਂ ਕੁਝ ਆਦਮੀ ਖਲੋਰੇ ਜਾਪਦੇ ਸਨ। ਕੁਝ ਨੇੜੇ ਆ ਕੇ ਮੈਨੂੰ ਦੱਸਿਆ ਕਿ ਉਹਨਾਂ ਕੋਲ ਕੇ ਸਾਈਕਲ ਵੀ ਹੈ। ਇਹ ਕੁੜੀਆਂ ਸਨ। ਝੜੱਪੇ ਹੇਠਾਂ ਲਮਕ ਰਹੇ ਸਨ। ਇਹ ਇਸ ਵੇਲੇ ਸਾਈਕਲ ਕੇ ਖੜੀਆਂ ਦੇ ਇੱਥੇ ਕਰ ਰਹੀਆਂ ਨੇ, ਕਿਧਰੇ ਜਾਣਾ ਹੋ। ਪਰ ਵੇਲੇ ਜਦੋਂ ਮਾਡਲ ਟਾਊਨ ਤੋਂ ਸ਼ੌਕੀਨ ਤੇ
ਬਹੁਤ ਦੇਰ ਲੱਗ ਜਾਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਨੇ। ਇਹ ਕਿੱਥੇ ਜਾਣ ਹੁਣ? ਮੈਂ ਫਿਰ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸੀ। ਕੁੜੀਆਂ ਦੂਰੋਂ ਖੜੀ ਧੌਣ ਕੇ ਪਿਛਾਂਹ ਵੇਖਿਆ। ਕੁੜੀਆਂ ਉੱਥੇ ਖਲੋਤੀਆਂ ਸਨ। ਕੁਝ ਪੈਰ ਫਿਰ ਮੈਂ ਅੱਗੇ ਜਾ ਕੇ ਦੇਖਿਆ ਕਿ ਕੁੜੀਆਂ ਦੂਰੋਂ ਵਾਲੇ ਪਾਸੇ ਥੋੜ੍ਹੀ ਜਿਹੀ ਧੌਣ ਵਿਛਾਂ 'ਤੇ ਕੁੜੀਆਂ ਖੜੀਆਂ ਹੋਈਆਂ ਸਨ, ਖਲੋਤੀਆਂ ਹੋਈਆਂ। ਕੁਝ ਪੈਰ ਅੱਗੇ ਜਾ ਕੇ ਫਿਰ ਵੇਖਿਆ ਕੁੜੀਆਂ ਅਜੇ ਵੀ ਉੱਥੇ ਹੀ ਖੜੀਆਂ ਸਨ। ਜਦ ਮੈਂ ਸਿਰ 'ਤੇ ਅੱਪੜ ਕੇ ਪਿੱਛੇ ਮੁੜਿਆ ਤਾਂ ਕੁੜੀਆਂ ਵੀ ਉੱਥੇ ਹੀ ਖਲੋਤੀਆਂ ਸਨ। ਵੇਖਣ ਨੂੰ ਤਾਂ ਅਸੀਂ ਦੋਵੇਂ ਧੀਰਜ ਆਪਣੇ ਆਪੋ ਕੰਮਾਂ ਵਿੱਚ ਲੱਗੀਆਂ ਹੋਈਆਂ ਸਾਂ। ਮੈਂ ਸੈਰ ਕਰਨ ਵਿੱਚ, ਉਹ ਉਡੀਕ ਵਿੱਚ। ਪਰ ਮੇਰੀ ਸੈਰ ਦਾ ਭਾਵ ਉਹਨਾਂ ਦੀ ਉਡੀਕ ਦਾ ਅੰਤ ਵੇਖਣਾ ਸੀ ਅਤੇ ਸ਼ਾਇਦ ਮੇਰੀ ਸੈਰ ਦਾ ਉਡੀਕ ਕਰ ਰਹੀਆਂ ਸਨ। ਅਜੀਬ ਨਾਟਕ ਹੋ ਰਿਹਾ ਸੀ। ਹੁਣ ਮੈਂ ਦੂਜੀ ਵਾਰੀ ਉਹਨਾਂ ਵੱਲ ਟੁਰਿਆ ਆ ਰਿਹਾ ਸੀ ਕਿ ਕੁਝ ਨੇੜੇ ਆ ਕੇ ਮੈਨੂੰ ਪਤਾ ਲੱਗਾ ਕਿ ਗੱਲ ਕਰ ਰਹੀਆਂ ਸਨ। ਜਦ ਮੈਂ ਹਰ ਨੇੜੇ ਆਇਆ, ਉਹ ਗੱਲ ਕਰਨ ਤੋਂ ਵੀ ਹਟ ਗਈਆਂ। ਥੋੜ੍ਹੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ, ਅੱਗੇ ਮੇਰੀ ਪਤਨੀ ਆ ਰਹੀ ਸੀ। ਕਾਕੇ ਨੇ ਬੜਾ ਚਿਰ ਚੀਕ ਸੁਣਦਿਆਂ, ਇਸੇ ਲਈ ਮੈਨੂੰ ਦੇਰ ਲੱਗ ਗਈ। ਆਓ ਇੱਕ ਚੱਕਰ ਹੋਰ ਲਾ ਆਈਏ, ਪਾਰਕ ਦਾ ਉਸ ਮੰਗ ਕੀਤੀ। ਅਸੀਂ ਫੇਰ ਪਿਛਾਂਹ ਤੁਰ ਪਏ। ਜਦੋਂ ਅਸੀਂ ਉਹ ਮੋੜ ਮੁੜੇ ਤਾਂ ਪਾਰਕ ਵਿੱਚ ਦੋ ਸਾਈਕਲਾਂ ਭਰੀਆਂ ਨੂੰ ਜਾ ਰਹੀਆਂ ਸਨ। ਉਡੀਕ ਕੇ ਕੁੜੀਆਂ ਆਪੇ ਆਪ ਤੁਰ ਚੱਲੀਆਂ ਤੇ ਮੈਂ ਸੋਚਿਆ, ਅਸੀਂ ਅਜੇ ਵੀ ਬਾਹਰ ਸੜਕ ਦੇ ਹੀ ਉੱਥੇ ਸਾਈਕਲ ਪਿਛਾਂਹ ਨੂੰ ਘੁੰਮੇ ਪਈ। ਪਾਰਕ ਦੇ ਇਸੇ ਸਿਰੇ ਦੇ ਨੇੜੇ ਆ ਕੇ ਉਹ ਦੋਵੇਂ ਸਾਈਕਲਾਂ ਫਿਰ ਮੁੜ ਗਏ। ਇਹ ਕੁੜੀਆਂ ਤਾਂ ਖਰਾਬ ਸਾਈਕਲ ਚਲਾਉਣ ਦੀ ਜਾਂਚ ਸਿੱਖ ਰਹੀਆਂ ਨੇ। ਮੇਰੀ ਪਤਨੀ ਵੀ ਮੇਰੇ ਵਾਂਗ ਸਾਈਕਲ ਵੱਲ ਹੀ ਦੇਖ ਰਹੀ ਸੀ ਕਿ ਕਹਿਣ ਲੱਗੀ, ਪਤਾ ਨਹੀਂ ਇਹ ਕਿਹੜੀਆਂ ਸਾਈਕਲਾਂ ਸਿੱਖਦੀਆਂ ਹਨ। ਮਾਡਲ ਟਾਊਨ ਦੀਆਂ ਢੇਰ ਸਾਰੀਆਂ ਕੁੜੀਆਂ ਨੂੰ ਉਹ ਜਾਣਦੀ ਸੀ। ਜਦੋਂ ਉਹ ਪਾਰਕ ਵਿੱਚ ਵੱਲ ਕੁੜੀਆਂ ਤਾਂ ਉਤਰ ਗਈਆਂ ਤਾਂ ਪਹਿਲੇ ਵਾਂਗ ਹੀ ਉਸਦੇ ਦਰੱਖਤ ਦੇ ਛਾਵੇਂ ਖਲੋ ਗਈਆਂ। ਮੇਰੀ ਪਤਨੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ ਕਿ ਟਹਿਲਦੇ ਉਹਨਾਂ ਦੇ ਨੇੜੇ ਹੁੰਦੇ ਗਈ। ਜਨਾਨੀ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ। ਤੁਸੀਂ ਤੁਰ ਕਿਉਂ ਗਿਆ? ਇਹ ਤਾਂ ਸਰੋਜ ਤੇ ਵੀਣਾ ਨੇ। ਉਸਨੇ ਉਹਨਾਂ ਦੇ ਹੱਥ ਵੱਲ ਕਰਕੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ, ਚਲਾਓ ਜ਼ਰਾ ਅਸੀਂ ਵੀ ਵੇਖੀਏ। ਥੱਕ ਗਿਆ ਤਾਂ ਜ਼ਰਾ ਸਾਹ ਲੈ ਕੇ ਚਲਵਾਂਗੀਆਂ।
ਜਿਹੜਾ ਵਿੱਚੋਂ ਸਰੋਜ ਸੀ, ਉਸ ਨੇ ਬਾਂਹ ਬੰਨ੍ਹਿਆ। ਇਹ ਆਪਣੇ ਆਪ ਤੇ ਮੇਰੀ ਪਤਨੀ ਨੂੰ ਬਹੁਤ ਨੇੜੇ ਸਮਝਦੀ ਸੀ। ਕਦੋਂ ਕੁਝ ਦਿਨ ਚਲਦੀਆਂ ਪਾਈਆਂ, ਉਹ ਮੇਰੀ ਪਤਨੀ ਨੇ ਉਹਨਾਂ ਨੂੰ ਥੱਕ ਜਾਣ 'ਤੇ ਪੁੱਛਿਆ, "ਨਹੀਂ ਭੈਣ ਜੀ, ਮੈਂ ਤਾਂ ਅਜੇ ਵੀ 3 ਸਾਲ ਤੋਂ ਚੱਕਰ ਹੀ ਲਾਏ। ਉਂਝ ਵੀ ਸਾਨੂੰ ਸੰਗ ਆਉਂਦੀ ਹੈ।" ਵੀਨਾ ਨੇ ਕਿਹਾ। ਸ਼ਾਇਦ ਉਸ ਨੇ ਕੁਝ ਬੁੱਝ ਲਿਆ ਸੀ ਕਿ ਮੈਂ ਨਹੀਂ ਉੱਥੇ ਕਰਦਾ ਗਿਆ ਸਾਂ ਤੇ ਇੱਕ ਠੀਕ ਦੱਸੋ ਦਿੱਤਾ ਸਾਂ ਕਰਕੇ ਐਸੀ ਹੀ ਹੋਰ ਕਰੀਏ। ਪਾਰਕ ਵੇਲੀ ਵੱਲ ਦੇਖ ਕੇ ਤਿੱਖੇ ਜਵਾਬ ਦੇਣ ਲੱਗ ਪਈ। ਫਿਰ ਸਰੋਜ ਫੜ ਲਈ ਸੀ ਤੇ ਇਹਨਾਂ ਨੂੰ ਚਾਅ ਚੜ੍ਹਿਆ ਸਾਈਕਲ ਦਾ। ਅੱਧੇ ਰਾਤੀਂ ਲੁਕ ਲੁਕ ਕੇ ਫਿਰਦਿਆਂ ਉਹ ਨਾ ਚਾਹ ਖਾਂਦਾ ਏ ਬਸ ਲੋੜ ਕੀ ਹੈ ਹੁਣ ਸਾਈਕਲ ਤੇ ਪੜ੍ਹਾਉਣ ਜਾਈਏ ਕਰੀਏ। ਹਾਂ ਵੇਖੋ ਭੈਣ ਜੀ ਵੀਨਾ ਫਿਰ ਸਮਝਾਉਣ ਲੱਗ ਪਈ। ਪਹਿਲਾਂ ਘਰੋਂ ਤੁਰ ਕੇ ਅੱਡੇ ਤੇ ਜਾਓ, ਫਿਰ ਬੱਸ ਤੋਂ ਉਤਰ ਕੇ ਤੁਰ ਕੇ ਪਿੰਡ ਕਪੋੜ ਸੜਕ ਤੋਂ ਮੀਲੀ ਦੂਰ ਪਿੰਡ ਦੇ ਜਿੱਥੇ ਪੜ੍ਹਨੀਆਂ ਵਾਂ। ਇਹਦਾ ਕੋਈ ਦਾ ਪੈਰ ਘੱਟ ਹੋਵੇ ਪਰ ਮੇਰੇ ਪੂਰਾ ਮੀਲ ਸਾਰਾ ਪਿੰਡ ਉਜਾੜਾ ਬਦਨਾਮ। ਦੱਸੋ ਭੈਣਾਂ, ਕੀ ਭਲਾ ਸਾਡਾ ਉੱਥੇ ਕੌਣ ਹੈ ਸੱਚੀ? ਇੰਨਾ ਡਰ ਆਉਂਦਾ ਏ ਪਤਾ ਨਹੀਂ। ਪਿੰਡ ਦੇ ਅਪੇੜੇ ਜਨਾਨੀਆਂ ਵੀ ਹਾਂ ਡਰ ਨਾ ਉਹ ਆਖਦੀ ਏ ਮੇਰੀ ਪਤਨੀ ਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਦੀਆਂ ਕੁੜੀਆਂ ਇਕੱਲੀਆਂ ਹੀ ਫਿਰਦੀਆਂ ਹਨ ਅਤੇ ਨਕਾਸ਼ ਕੇ ਲਿਆਈਆਂ ਹਨ। ਭੈਣ ਜੀ ਠੰਡੇ ਨਾਲ ਤਾਂ ਕਦੇ ਕਪਾਹ ਕਦੇ ਮੱਕੀ ਕਦੇ ਕਦਾਮ ਵੀ ਬਾਜਰਾ ਜਿੰਨਾ ਹੀ ਪਹਿਲਾਂ ਮੁੱਕ ਜਾਈਏ ਉਤਾਲ ਕੇ ਉਹ ਉਤਰ ਕੇ ਹੇਠਲੀ ਰਹਿੰਦੀ ਏ। ਹੁਣ ਕਈ ਹੋਰ ਕੁੜੀਆਂ ਸਾਈਕਲ ਲੈ ਕੇ ਆਉਂਦੀਆਂ ਹਨ ਤੇ ਸਾਈਕਲ ਤੇ ਘਰ ਕੱਟ ਆਉਂਦੀਆਂ ਨੇ, ਨਾਲੇ ਡਰਨ ਤੋਂ ਬੱਚਾ ਜਾਦ। ਇਹ ਕੀ ਬਸ ਸਾਈਕਲ ਚਲਦੇ ਬੂਟਾ ਬੰਦ ਕੋਲ ਲੰਘ ਜਾਓ। ਭਾਈ ਬੜਾ ਔਖਾ ਕੰਮ ਹੈ ਸਾਈਕਲ ਨਾਲ ਵੀ। ਰਾਸ਼ੀਲੀ ਸਿਰਹਾਣੀਆਂ ਉਹ ਖੋਰੇ ਖਿੱਡਾ ਕੁਝ ਦਿਲ ਐ ਤੁਹਾਡਾ ਲਿਆ ਖਾ ਭਲਾ ਵੇਖ ਤੇ ਦਿਲ ਵਖਣ ਦੇ ਬਹਾਨੇ ਮੇਰੀ ਵਹੁਟੀ ਜਿਸ ਸੀਰਜ ਨੂੰ ਉਸ ਬਹਾਦਰੀ ਦੀ ਸਾਂਗ ਵਿੱਚ ਪਾਣੀ ਜੱਫੀ ਵਿੱਚ ਘੁੱਟ ਲਿਆ ਦੇ ਨਾਲ ਹੀ ਵਿਦਿਆਗੀ ਵੀ ਸੀ। ਜਦੋਂ ਉਹਨੇ ਵੇਖਿਆ ਸੀ ਸੜਕ ਤੇ ਆਏ ਮੇਰੀ ਪਤਨੀ ਨੂੰ ਮਾਸਟਰੀਨੀਆਂ ਨੇ ਇੱਥੇ ਸ਼ਹਿਰ ਵਿੱਚ ਸਕੂਲ ਦੀ ਜਗ੍ਹਾ ਨਹੀਂ ਮਿਲੀ। ਪਿੰਡ ਵਿੱਚ ਤਾਂ ਨੌਕਰਾਣੀਆਂ ਮਿਲ ਜਾਂਦੀਆਂ ਹਨ। ਹੁਣ ਇਹ ਉੱਥੇ ਪੜ੍ਹਾਉਣ ਜਾਂਦੀਆਂ ਨੇ ਤੇ ਕਿਹਾ ਕਿ ਇੱਥੇ ਤਾਂ ਸਕੂਲ ਦੀ ਜਗ੍ਹਾ ਨਹੀਂ ਮਿਲੀ, ਪਿੰਡ ਵਿੱਚ ਤਾਂ ਨੌਕਰਾਣੀਆਂ ਮਿਲ ਜਾਂਦੀਆਂ ਏ। ਇਹ
ਹੁਣ ਇਹ ਉੱਥੇ ਪੜ੍ਹਾਉਣ ਜਾਂਦੀਆਂ ਨੇ ਤੇ ਬੜੀ ਬਹਾਦਰੀ ਦੇ ਇਹ ਕੁੜੀਆਂ ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ 'ਤੇ ਵੀ ਡਰ ਲੱਗੇ। ਉਸਨੇ ਫਿਰ ਪੰਗਾਲ ਕੀਤੀ। ਉਸਨੇ ਸੰਗਲਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ। ਆਪਣੇ ਆਪ ਨੂੰ ਹੌਲ ਕਰਨ ਲਈ ਮੈਂ ਅੱਗੇ ਜਦੋਂ ਮੈਂ ਆਇਆ ਤਾਂ ਇਹ ਇਸ ਸਿਰੇ ਤਾਰਾਂ ਦਾ ਦਰੱਖਤ ਲੁਕ ਕੇ ਖੋਤਲੀਆਂ ਵਿੱਚ ਮੈਨੂੰ ਇੰਜ ਹੋਰ ਕੁਝ ਹੀ ਸਮਝਿਆ ਸੀ ਕਿ ਚੰਗਾ ਹੈ। ਕੰਮ ਕਰਨ ਵਾਲੀਆਂ ਕੁੜੀਆਂ ਨੇ ਬਣੀਆਂ ਧੁੰਮਾਂ ਲਗਾਈਆਂ ਲੱਗਦੀਆਂ ਨੇ। ਮੇਰੀ ਪਤਨੀ ਨੇ ਖਿੱਚ ਕੇ ਕਿਹਾ, ਹਰ ਇੱਕ ਨੇ ਭੁਲੇਖਾ ਪੈ ਜਾਂਦਾ ਏ। ਮੈਂ ਤੁਹਾਨੂੰ ਇੱਕ ਬੜੀ ਸੁਆਦਣੀ ਗੱਲ ਦੱਸਾਂਗਾ। ਇੱਕ ਵਾਰੀ ਮੈਂ ਮੇਰੀ ਭੈਣ ਫਿਰੋਜ਼ਪੁਰ ਆਪਣੇ ਘਰ ਅੱਗੇ ਸਵੇਰੇ ਗੁੱਸੇ ਮੁੱਸੇ 'ਚ ਫਿਰ ਰਹੀਆਂ ਸਨ ਤਾਂ ਸਾਹਮਣੇ ਕਾਲੀ ਕਾਲੀ ਇੱਕ ਕੁੜੀ ਆਈ। ਕਦੀ ਉਹ ਦੋ ਪੈਰ ਕੁਝ ਭੱਜ ਲੈਂਦੀ ਤੇ ਫਿਰ ਉਹ ਕਾਲੀ ਕਾਲੀ ਕੁੜੀ ਤੁਰਨ ਲੱਗ ਪੈਂਦੀ। ਜਦੋਂ ਸਾਡੇ ਆਈ ਮੂੰਹ ਦੱਸਿਆ ਤੇ ਘਬਰਾਈ ਹੋਈ ਵੱਡੀ ਜਾਪੀ ਤੇ ਅਸੀਂ ਬੜਾ ਹੀ ਹੈਰਾਨ ਹੋਇਆ। ਸੈਰ ਕਰਨ ਵਾਲੀਆਂ ਕੁੜੀਆਂ ਨੇ ਨਹੀਂ ਭੱਜਿਆ ਤਾਂ ਉਹ ਉੱਧਰ ਸਟੇਸ਼ਨ ਤੇ ਮੋਟਰ ਦਾ ਅੱਡਾ ਸੀ। ਭਲਾ ਕਿੱਥੇ ਜਾਂਦੀ ਹੈ ਇਹ ਜਨਾਨ ਲਈ ਇਸ ਵੀ ਪਿੱਛੋਂ ਪਾਈਆਂ ਉਹ ਅੱਗੇ ਅੱਗੇ ਅਸੀਂ ਮਗਰ। ਉਹ ਟੈਲੀਫੋਨ ਐਚ ਨੂੰ ਮੁੜ ਪਈ। ਅਸੀਂ ਸਮਝ ਲਿਆ ਕਿ ਟੈਲੀਫੋਨ ਉਪਸਟੇਅਰ ਸੀ ਤੇ ਉਸਨੂੰ ਕੇਵਲ ਡਿਊਟੀ ਤੇ ਦੇਰ ਹੋ ਗਈ। ਅਸੀਂ ਸੜਕ ਉੱਤੇ ਵੱਲ ਵੇਖਦੇ ਆ ਰਹੇ ਹਾਂ। ਅੰਦਰ ਜਾ ਕੇ ਉਹ ਆਪਣੀ ਕੁਰਸੀ ਉੱਤੇ ਬੈਠ ਗਈ ਤੇ ਅਸੀਂ ਸ਼ਰਮਿੰਦਿਆਂ ਹੁੰਦੇ ਪਛਤਾ ਮੁੜ ਆਏ।